ਦੋਸਤੋ ਅਗਰ ਆਸਟ੍ਰੇਲੀਆ ਸਟੱਡੀ ਵੀਜ਼ੇ ਬਾਰੇ ਗੱਲ ਕਰਦੇ ਆ ਤਾਂ ਸਾਰਿਆਂ ਨਾਲੋਂ ਮੂਹਰੇ ਨਿਕਲ ਕੇ ਜਿਹੜੀ ਗੱਲ ਆਉਂਦੀ ਹੈ ਉਹ ਆਉਂਦੀ ਹੈ ਫੰਡਸ ਦੀ। ਫੰਡਸ ਕਿੱਦਾਂ ਸ਼ੋਅ ਕਰਨੇ ਆ ਐਂਡ ਕਿੰਨੇ ਸ਼ੋਅ ਕਰਨੇ ਆ, ਕਿਸ ਤਰੀਕੇ ਨਾਲ ਸ਼ੋਅ ਕਰਨੇ ਆ। ਐਂਡ ਆਸਟ੍ਰੇਲੀਆ ਵੀਜ਼ੇ ਦਾ ਸਕਸੈਸ ਰੇਟ ਵੀ ਜ਼ਿਆਦਾਤਰ ਫੰਡਸ ਤੇ ਜਾਂ ਫਾਈਨੈਂਸ਼ੀਅਲ ਤੇ ਹੀ ਡਿਪੈਂਡ ਕਰਦਾ। ਅਗਰ ਫਾਈਨੈਂਸ਼ੀਅਲ ਤੁਸੀਂ ਚੰਗੇ ਤਰੀਕੇ ਨਾਲ ਸ਼ੋਅ ਕੀਤੇ ਆ ਤੁਹਾਡਾ ਵੀਜ਼ਾ ਅਪਰੂਵ ਹੋ ਜਾਏਗਾ। ਅਗਰ ਫਾਈਨੈਂਸ਼ੀਅਲ ਨੂੰ ਤੁਸੀਂ ਜਸਟੀਫਾਈ ਨਹੀਂ ਕਰਦੇ ਤਾਂ ਕਿਤੇ ਨਾ ਕਿਤੇ ਤੁਹਾਡੀ ਜਿਹੜੀ ਰਿਫਿਊਜ਼ਲ ਆਉਣ ਦੇ ਚਾਂਸਿਸ ਵੱਧ ਜਾਂਦੇ ਆ। ਹੁਣ ਆਸਟ੍ਰੇਲੀਆ ਅਗਰ ਆਪਾਂ ਫੀਸਿਸ ਦੀ ਗੱਲ ਕਰੀਏ ਤਾਂ ਦੋ ਤਰੀਕੇ ਨਾਲ ਤੁਸੀਂ ਫੀਸਿਸ ਪੇ ਕਰ ਸਕਦੇ ਹੋ। ਪਹਿਲਾ ਹੈ ਇੱਕ ਸਮੈਸਟਰ ਦੀ ਫੀਸ, ਦੂਸਰਾ ਹੈ 1 ਈਅਰ ਦੀ ਫੀਸ। ਇੱਕ ਸਮੈਸਟਰ ਦੀ ਫੀਸ ਅਰਾਊਂਡ ਅਬਾਊਟ 6 ਤੋਂ ਲੈ ਕੇ 8 ਲੱਖ ਦੇ ਵਿੱਚ ਹੁੰਦੀ ਹੈ, ਡਿਪੈਂਡ ਕਰਦਾ ਯੂਨੀਵਰਸਿਟੀ। ਲੈਵਲ 1 ਯੂਨੀਵਰਸਿਟੀ ਹੈ, ਚੰਗੀ ਯੂਨੀਵਰਸਿਟੀ ਲੈ ਰਹੇ ਹੋ ਫੀਸ 8 ਲੱਖ ਹੋਏਗੀ, 8.5 ਲੱਖ ਹੋਏਗੀ। ਨਾਰਮਲ ਐਵਰੇਜ ਯੂਨੀਵਰਸਿਟੀ ਲੈ ਰਹੇ ਹੋ ਫੀਸ ਤੁਹਾਡੀ ਜੋ 6 ਤੋਂ 5 ਤੋਂ 6 ਲੱਖ ਦੇ ਵਿੱਚ ਰਹਿੰਦੀ ਹੈ। ਹੁਣ 8 ਲੱਖ ਰੁਪਏ ਮੈਕਸਿਮਮ ਫੀਸ ਪੇ ਕਰੋ, ਲੱਖ ਸਵਾ ਲੱਖ ਤੁਹਾਡਾ ਹੈਲਥ ਇੰਸ਼ੋਰੈਂਸ ਹੋ ਜਾਏਗਾ। 9 ਲੱਖ ਰੁਪਏ ਅਗਰ ਤੁਸੀਂ ਪਹਿਲਾਂ ਪੇ ਕਰਦੇ ਹੋ ਦੈਨ ਜੋ ਫਾਈਨੈਂਸ਼ੀਅਲ ਤੁਹਾਨੂੰ ਰਿਕੁਆਇਰਡ ਹੁੰਦੇ ਆ ਉਹ 22 ਤੋਂ 25 ਲੱਖ ਰੁਪਏ ਦੇ ਹੁੰਦੇ ਆ। 22 ਤੋਂ 25 ਲੱਖ ਰੁਪਏ ਤੁਹਾਡੇ ਜੋ ਤੁਹਾਨੂੰ ਫਾਈਨੈਂਸ਼ੀਅਲ ਸਪੋਰਟ ਕਰ ਰਿਹਾ, ਚਾਹੇ ਤੁਹਾਡੇ ਪੇਰੈਂਟਸ ਨੇ ਚਾਹੇ ਗ੍ਰੈਂਡ ਪੇਰੈਂਟਸ ਨੇ, ਉਹਨਾਂ ਦੇ ਅਕਾਊਂਟ ਵਿੱਚ ਹੋਏਗਾ। ਐਂਡ ਉਹਨਾਂ ਵੱਲੋਂ ਇੱਕ ਸਪੋਰਟ ਐਫੀਡੇਵਿਟ ਉਹ ਡਿਕਲੇਰੇਸ਼ਨ ਦੇਣਗੇ ਵੀ ਸਾਡੇ ਅਕਾਊਂਟ ਦੇ ਵਿੱਚ ਇੰਨੇ ਫਾਈਨੈਂਸ਼ੀਅਲ ਹੈ ਤੇ ਲੋੜ ਪੈਣ ਤੇ ਇਹ ਸਟੂਡੈਂਟ ਲਈ ਉਹ ਯੂਜ਼ ਕਰ ਸਕਦੇ ਨੇ। ਹੁਣ ਦੂਸਰਾ ਇਦਾਂ ਨਹੀਂ ਹੁੰਦਾ ਇਕੱਲੇ ਤੁਸੀਂ ਫਾਈਨੈਂਸ਼ੀਅਲ ਫੰਡਸ ਅਕਾਊਂਟ ਦੇ ਵਿੱਚ ਰੱਖਤੇ ਐਂਡ ਬੈਲੈਂਸ ਸਰਟੀਫਿਕੇਟ ਦੇਤਾ। ਫਸਟ ਆਫ ਆਲ ਪਹਿਲਾਂ ਫਾਈਨੈਂਸ਼ੀਅਲ ਤੁਹਾਡੇ ਪੁਰਾਣੇ ਹੋਣੇ ਚਾਹੀਦੇ ਨੇ, ਮਿਨੀਮਮ 2 ਜਾਂ 3 ਮਹੀਨੇ ਪੁਰਾਣਾ ਪੈਸਾ ਰੱਖੋ। ਜਦੋਂ ਤੋਂ ਤੁਸੀਂ ਪ੍ਰੋਸੈਸ ਸਟਾਰਟ ਕਰਨ ਲੱਗੇ ਹੋ ਉਦੋਂ ਤੋਂ ਹੀ ਪੈਸਾ ਆਪਣੇ ਅਕਾਊਂਟ ਦੇ ਵਿੱਚ ਰੱਖ ਦਿਓ। ਦੂਸਰਾ ਜੋ ਫਾਈਨੈਂਸ਼ੀਅਲ ਦਾ ਸੋਰਸ ਹੈ ਉਹ ਹੋਣਾ ਬਹੁਤ ਜ਼ਰੂਰੀ ਹੈ। ਮਤਲਬ ਅਗਰ 25 ਲੱਖ ਰੁਪਈਆ ਤੁਹਾਡੇ ਅਕਾਊਂਟ ਦੇ ਵਿੱਚ ਆਇਆ ਤਾਂ ਉਹ ਪੈਸਾ ਆਇਆ ਕਿੱਥੋਂ ਆ, ਤੁਹਾਡਾ ਸੋਰਸ ਆਫ ਇਨਕਮ ਕੀ ਹੈ। ਅਗਰ 25 ਲੱਖ ਰੁਪਈਆ ਤੁਸੀਂ ਦਿਖਾ ਰਹੇ ਹੋ ਤਾਂ ਦੈਨ ਤੁਹਾਡੀ ਇਨਕਮ ਵੀ 25 ਲੱਖ ਹੋਣੀ ਚਾਹੀਦੀ ਹੈ। ਇਦਾਂ ਨਾ ਹੋਵੇ ਤੁਸੀਂ ਰਿਟਰਨ 3 ਲੱਖ ਦੀ ਭਰ ਰਹੇ ਹੋ, 4 ਲੱਖ ਦੀ ਭਰ ਰਹੇ ਹੋ, ਪੈਸਾ ਅਕਾਊਂਟ 'ਚ 25 ਲੱਖ ਦਿਖਾ ਰਹੇ ਹੋ, ਦੈਨ ਰਿਫਿਊਜ਼ਲ ਹੀ ਆਏਗੀ। ਇਨਕਮ ਨਾਲੋਂ 5 ਗੁਣਾ ਪੈਸਾ ਤੁਹਾਡੇ ਕੋਲ ਆਇਆ ਕਿੱਥੋਂ। ਸੋ ਤੁਹਾਡੇ ਜੋ ਫੰਡਸ ਦਾ ਸੋਰਸ ਸਾਰਿਆਂ ਨਾਲੋਂ ਵੱਧ ਜ਼ਰੂਰੀ ਹੁੰਦਾ ਆਸਟ੍ਰੇਲੀਆ ਦੀ ਫਾਈਲ ਦੇ ਵਿੱਚ। ਸੋਰਸ ਦੇ ਲਈ ਤੁਸੀਂ ਤੁਹਾਡੀ ਕੋਈ ITR ਫਿਲ ਕਰੋ, ਪੇਰੈਂਟਸ ਦਾ ਕੋਈ ਬਿਜ਼ਨਸ ਹੈ, ਐਗਰੀਕਲਚਰ ਹੈ, ITR ਦੇ ਵਿੱਚ ਇਨਕਮ ਚਾਹੇ ਆਪਣੇ ਪੇਰੈਂਟਸ ਦੀ ਲਾਓ, ਨਾਲ ਗ੍ਰੈਂਡ ਪੇਰੈਂਟਸ ਦੀ ਲਾਓ, ਕਿਸੇ ਅੰਕਲ ਆਂਟੀ ਦੀ ਨਾਲ ਲਾਓ, ਉਸ ਦਾ ਇਨਕਮ ਦਾ ਪ੍ਰੂਫ ITR ਹੋ ਗਿਆ। ਦੂਸਰਾ ਐਗਰੀਕਲਚਰ ਵਾਲਿਆਂ ਨੂੰ ਜ਼ਿਆਦਾ ਬੈਨੀਫਿਟ ਹੁੰਦਾ, ਐਗਰੀਕਲਚਰ ਵਾਲੇ ਰਿਟਰਨ 'ਚ ਵੀ ਐਗਰੀਕਲਚਰ ਸ਼ੋਅ ਕਰ ਸਕਦੇ ਨੇ, ਐਗਰੀਕਲਚਰ ਇਨਕਮ ਸਰਟੀਫਿਕੇਟ ਤਹਿਸੀਲਦਾਰ ਤੋਂ ਬਣਾ ਸਕਦੇ ਨੇ ਐਂਡ ਜੇ ਫਾਰਮ ਵਗੈਰਾ ਵੀ ਸ਼ੋਅ ਕਰ ਸਕਦੇ ਨੇ। ਸੋ ਫੰਡਸ ਦੇ ਨਾਲ ਨਾਲ ਸੋਰਸ ਬਹੁਤ ਜ਼ਿਆਦਾ ਮੈਟਰ ਕਰਦਾ। ਦੂਸਰੀ ਗੱਲ ਕਰੀਏ 1 ਸਾਲ ਦੀ ਫੀਸ ਤੇ। 1 ਸਾਲ ਦੀ ਫੀਸ ਜਿਹੜੀ 12 ਲੱਖ ਤੋਂ ਲੈ ਕੇ 14-15 ਲੱਖ ਤੱਕ ਵੀ ਚਲੀ ਜਾਂਦੀ ਹੈ, ਉਹ ਸੇਮ ਹੈ। ਲੈਵਲ 1 ਦੀ ਯੂਨੀਵਰਸਿਟੀ ਫੀਸ ਜ਼ਿਆਦਾ ਹੋਏਗੀ। ਅਗਰ ਐਵਰੇਜ ਤੁਸੀਂ ਫੀਸ 12 ਤੋਂ 13 ਲੱਖ ਰੁਪਈਆ 1 ਸਾਲ ਦੀ ਪੇ ਕਰੋਗੇ ਐਂਡ ਜਿਹੜਾ ਤੁਹਾਡਾ ਹੈਲਥ ਇੰਸ਼ੋਰੈਂਸ ਹੈ ਸੇਮ ਰਹੇਗਾ, ਲੱਖ ਸਵਾ ਲੱਖ ਸ਼ੋਅ ਕਰਕੇ 13-14 ਲੱਖ ਰੁਪਈਆ ਅਗਰ ਤੁਸੀਂ ਪਹਿਲਾਂ ਪੇ ਕਰਦੇ ਹੋ ਦੈਨ ਤੁਹਾਨੂੰ ਜਿਹੜੇ ਫੰਡਸ ਹੈ ਉਹ ਵੀ 13 ਤੋਂ ਲੈ ਕੇ 15 ਲੱਖ ਤੱਕ ਹੀ ਚਾਹੀਦੇ ਆ। ਅਗਰ ਸਾਲ ਦੀ ਫੀਸ ਪੇ ਕਰੋਗੇ 13 ਤੋਂ 15 ਲੱਖ, ਇੱਕ ਸਮੈਸਟਰ ਦੀ ਫੀਸ ਪੇ ਕਰੋਗੇ 22 ਤੋਂ 25 ਲੱਖ ਫੰਡਸ ਰਿਕੁਆਇਰਡ ਹੈ, ਡਿਪੈਂਡ ਕਰਦਾ ਯੂਨੀਵਰਸਿਟੀ ਤੇ। ਹੁਣ ਸੇਮ ਹੈ ਇਸ ਵਿੱਚ ਵੀ ਅਗਰ 14-15 ਲੱਖ ਰੱਖ ਰਹੇ ਹੋ ਤਾਂ ਉਸ ਦਾ ਸੋਰਸ ਕੀ ਹੈ, ਪੈਸਾ ਆਇਆ ਕਿੱਥੋਂ ਆ। ਜ਼ਿਆਦਾਤਰ ਕਈ ਬੰਦਿਆਂ ਕੋਲ ਪੈਸਾ ਘਰੇ ਕੈਸ਼ ਪਿਆ ਹੁੰਦਾ, ਉਹਨਾਂ ਲਈ ਸਾਰਿਆਂ ਨਾਲੋਂ ਈਜ਼ੀ ਹੁੰਦਾ ਉਹ ਪੈਸਾ ਆੜਤੀਏ ਦੇ ਥਰੂ ਅਕਾਊਂਟ ਵਿੱਚ ਪਾਉਣ ਐਂਡ ਆੜਤੀਏ ਤੋਂ ਜੇ ਫਾਰਮ ਲੈਣ, ਜ਼ਿਆਦਾ ਬੈਟਰ ਹੈ। ਨਹੀਂ ਆੜਤੀਆ ਪਾਉਂਦਾ ਕਿਸੇ ਸੈਲਰ ਦੇ ਥਰੂ ਤੁਸੀਂ ਪਾ ਸਕਦੇ ਹੋ, ਉਹ ਤੋਂ ਸਲਿੱਪ ਲੈ ਸਕਦੇ ਹੋ ਵੀ ਇਹ ਪੈਸਾ ਸਾਡੀ ਫਸਲ ਦਾ। ਸੋ ਜ਼ਿਆਦਾਤਰ ਫੰਡਸ ਸ਼ੋਅ ਕਰਨ ਵੇਲੇ ਇਹ ਚੀਜ਼ਾਂ ਦਾ ਧਿਆਨ ਰੱਖਣਾ। ਪਹਿਲਾ ਫੰਡਸ ਤੁਹਾਡੇ ਪੁਰਾਣੇ ਹੋਣੇ ਚਾਹੀਦੇ ਹਨ। ਕਿੰਨੀ ਅਮਾਊਂਟ ਆ ਉਸ ਨੂੰ ਮੈਂ ਦੱਸਤੀ ਹੈ। ਫੰਡਸ ਪੁਰਾਣੇ ਹੋਣੇ ਚਾਹੀਦੇ ਹਨ ਐਂਡ ਉਸ ਦਾ ਸਾਰਿਆਂ ਨਾਲੋਂ ਜ਼ਰੂਰੀ ਫੈਕਟਰ ਹੈ ਉਸ ਦਾ ਸੋਰਸ ਹੋਣਾ ਜ਼ਰੂਰੀ ਹੈ। ਹੁਣ ਦੂਸਰੀ ਗੱਲ ਆਸਟ੍ਰੇਲੀਆ ਸਟੱਡੀ ਵੀਜ਼ੇ ਦੇ ਵਿੱਚ ਜਿਹੜੀ ਦੇਖੀ ਗਈ ਹੈ ਉਹ ਸਟੱਡੀ ਲੋਨ ਬਹੁਤ ਮੈਟਰ ਕਰਦਾ। ਇੰਡੀਆ ਦੇ ਵਿੱਚ ਅਗਰ ਆਪਾਂ ਗੱਲ ਕਰੀਏ, ਨਾਰਥ ਇੰਡੀਆ ਦੀ ਗੱਲ ਕਰੀਏ ਤਾਂ ਜੋ ਯੂਨੀਵਰਸਿਟੀ ਦੇ ਲਈ ਅਗਰ ਡਿਗਰੀ 'ਚ ਬੱਚਾ ਜਾਂਦਾ ਹੈ ਤਾਂ ਉਸਨੂੰ ਸਟੱਡੀ ਲੋਨ ਈਜ਼ੀ ਮਿਲ ਜਾਂਦਾ। ਡਿਪਲੋਮੇ ਕੈਨੇਡਾ ਵਾਲੇ ਬੱਚੇ ਜਿਹੜੇ ਜਾਂਦੇ ਉਹਨਾਂ ਦਾ ਸਟੱਡੀ ਲੋਨ ਦੀ ਪ੍ਰੋਬਲਮ ਆਉਂਦੀ ਹੈ। ਲਿਮਟਡ ਜੇ 1-2 ਬੈਂਕ ਹੀ ਨੇ ਜੋ ਡਿਪਲੋਮੇ ਤੇ ਸਟੱਡੀ ਲੋਨ ਦਿੰਦੇ ਆ। ਮੋਸਟਲੀ ਬੈਂਕ ਜਿਹੜੇ ਹੈਗੇ ਨੇ ਚਾਹੇ ਉਹ ਪਬਲਿਕ ਸੈਕਟਰ ਦੇ ਨੇ ਚਾਹੇ ਗਵਰਨਮੈਂਟ ਨੇ, ਉਹ ਤੁਹਾਨੂੰ ਡਿਗਰੀ ਤੇ ਲੋਨ ਦਿੰਦੇ ਹਨ। ਅਗਰ ਤੁਹਾਡੇ ਕੋਲ ਪ੍ਰੂਫ ਹੈ ITR ਵਗੈਰਾ ਹੈ ਤਾਂ ਸਟੱਡੀ ਲੋਨ ਨਾਲ ਤੁਹਾਡਾ ਵੀਜ਼ਾ ਚਾਂਸਿਸ ਬਹੁਤ ਜ਼ਿਆਦਾ ਹਾਈ ਰਹਿੰਦੇ ਹਨ। ਰੀਜ਼ਨ ਕੀ ਹੁੰਦਾ, ਈਵਨ ਤੁਸੀਂ ਮੰਨ ਕੇ ਚੱਲੋ ਤੁਸੀਂ 25 ਤੋਂ 30 ਲੱਖ ਰੁਪਏ ਦਾ ਬੈਂਕ ਤੋਂ ਲੋਨ ਅਪਰੂਵ ਕਰਾ ਲਿਆ, ਚਾਹੇ 20 ਲੱਖ ਦਾ ਲੋਨ ਅਪਰੂਵ ਕਰਾ ਲਿਆ। ਹੁਣ ਉਹ ਲੋਨ ਵਾਲਾ ਪੈਸੇ ਨੂੰ ਤੁਸੀਂ ਕੈਸ਼ ਨਹੀਂ ਕਰਵਾ ਸਕਦੇ ਜਾਂ ਕਿਸੇ ਹੋਰ ਅਕਾਊਂਟ ਵਿੱਚ ਨਹੀਂ ਟ੍ਰਾਂਸਫਰ ਕਰ ਸਕਦੇ। ਉਹ ਪੈਸਾ ਡਾਇਰੈਕਟ ਤੁਹਾਡੀ ਜੋ ਫੋਰਨ ਤੁਹਾਡਾ ਇੰਸਟੀਚਿਊਟ ਆ, ਜਿਸ ਕਾਲਜ ਤੁਸੀਂ ਪੜ੍ਹਨ ਜਾ ਰਹੇ ਹੋ ਉਸ ਦੇ ਵਿੱਚ ਹੀ ਜਾਏਗਾ।
ਕੋਈ ਵੀ ਬੰਦਾ ਜਦੋਂ ਉਸ ਨੂੰ ਕੈਸ਼ ਨਹੀਂ ਕਰਾ ਸਕਦਾ ਜਾਂ ਇੱਥੇ ਕਢਾ ਨਹੀਂ ਸਕਦੇ, ਆਪਾਂ ਵਰਤ ਨਹੀਂ ਸਕਦੇ, ਤਾਂ ਇਸ ਤੋਂ ਕਲੀਅਰ ਹੈ, ਗਵਰਨਮੈਂਟ ਨੂੰ ਕਲੀਅਰ ਆ ਵੀ ਇਹ ਪੈਸਾ ਇੰਨਾ ਬੈਂਕ 'ਚ ਪਿਆ, ਇਸ ਨੂੰ ਸਿਰਫ ਸਟੱਡੀ ਲੋਨ ਜਾਂ ਸਟੱਡੀ ਦੇ ਲਈ ਹੀ ਯੂਜ਼ ਹੋਏਗਾ, ਤੇ ਉਹ ਕਿਤੇ ਨਾ ਕਿਤੇ ਜੋ ਵੀਜ਼ਾ ਚਾਂਸਿਸ ਹਾਈ ਰਹਿੰਦੇ ਹਨ। ਸੋ ਜੋ ਬੱਚਿਆਂ ਦਾ ਲੋਨ ਹੋ ਸਕਦਾ, ਈਜ਼ੀਲੀ ਹੋ ਸਕਦਾ ਹੈ, ਭਾਵੇਂ ਉਹਨਾਂ ਨੂੰ ਨਹੀਂ ਜ਼ਰੂਰਤ, ਇੱਕ ਵਾਰੀ ਸਟੱਡੀ ਵੀਜ਼ੇ ਲਈ ਲੋਨ ਕਰਵਾ ਲਓ, ਬਾਅਦ ਦੇ ਵਿੱਚ ਚਾਹੇ ਉਸਨੂੰ ਆਪਣਾ ਤੁਸੀਂ ਪੇ ਕਰਕੇ ਮਰਜ਼ ਕਰਵਾ ਦਿਓ, ਬਟ ਉਹ ਲੋਨ ਕਰਾਉਣ ਨਾਲ ਤੁਹਾਡੇ ਜਿਹੜੇ ਵੀਜ਼ਾ ਦੇ ਚਾਂਸਿਸ ਦਾ ਉਹ ਹਾਈ ਰਹਿਣਗੇ। ਸੋ ਦੂਜਾ ਸੇਮ ਹੈ, ਜੋ ਕੈਨੇਡਾ ਕਿਤੇ ਨਾ ਕਿਤੇ ਸਟ੍ਰਿਕਟ ਚੱਲ ਰਿਹਾ, ਆਸਟ੍ਰੇਲੀਆ ਦਾ ਆਉਣ ਵਾਲਾ ਸਮਾਂ ਬਹੁਤ ਚੰਗਾ ਹੈ ਐਂਡ ਵੀਜ਼ਾ ਚਾਂਸਿਸ ਬਹੁਤ ਹਾਈ ਰਹਿਣਗੇ। ਜੋ ਐਪਲੀਕੈਂਟ ਕੈਨੇਡਾ ਜਾਂ ਤਾਂ ਉਹਨਾਂ ਦਾ ਰਿਫਿਊਜ਼ ਹੋ ਗਿਆ, ਜਾਂ ਜਿਨ੍ਹਾਂ ਨੇ ਆਸਟ੍ਰੇਲੀਆ ਜਾਣਾ ਜਾਂ ਕੈਨੇਡਾ ਲਈ ਐਲੀਜੀਬਿਲਿਟੀ ਨਹੀਂ ਬਣਦੀ, ਉਹ ਜਲਦੀ ਤੋਂ ਜਲਦੀ ਆਪਣਾ ਆਸਟ੍ਰੇਲੀਆ ਵੀਜ਼ਾ ਅਪਲਾਈ ਕਰਨ, ਕਿਉਂਕਿ 2-2.5 ਸਾਲ ਤੋਂ ਆਸਟ੍ਰੇਲੀਆ ਬੰਦ ਪਿਆ ਸੀ, ਹੁਣ ਓਪਨ ਹੋਇਆ ਤਾਂ ਉਮੀਦ ਲਗਾਈ ਜਾ ਰਹੀ ਹੈ ਵੀ ਵੀਜ਼ਾ ਸਕਸੈਸ ਰੇਟ ਹਾਈ ਰਹੂਗਾ। ਧੰਨਵਾਦ।